कवन वडाई कह सकूं। बेअंत गुणीता कर कृपा मोहे नाम देहो। नानक दर सरीता कर कृपा मोहे नाम देहो। नानक दर सरीता। तू सुल्तान कहाँ हो मियाँ तेरी कवन वडाई। जो तू देहे सो कहाँ स्वामी। मैं मूरख कहन न जाई। परम सम्मानयोग सरवरे कायनात दे मालक भगत वत्सल कृपा निधान जगत गुरु धन धन श्री गुरु गोबिंद साहब महाराज जी की पावन पाक हजूरी जुड़ बैठे सतसंगी जनों। अस्थान ते भगतां दी पावन पवित्र बाणी की लड़ीवार विचार चल रही है। अज विचार अधीन बिलावल राग दे विच बाणी भगत नामदेव जी की एक ओंकार सतगुर प्रसाद ये मंगलाचरण है। सफल जन्म मोको गुर दीना गुर कीना दुख विसार सुख अंतर लीना। पावन अंक 857 के उत्ते एको ही शब्द भगत नामदेव जी का बिलावल राग दे विच दर्ज है। आओ इस शब्द की विचार नाल जुड़ांगे अते नाल ही अज गुरु गोबिंद साहब महाराज का संपूर्णता दिवस ते गुरु रामदास महाराज का ज्योति जोत समाउण का भी पुरब है। उसदे बाबत भी विचार करांगे। सो आओ शब्द की मूल विचार नाल जुड़ते हाँ। मनोवृत्तियां एकाग्र करो प्रेम सहित गुरफतेह की साधन करो। आखो जी वाहिगुरु जी का खालसा वाहिगुरु जी की फतेह। बिलावल बिलावल बाणी भगत नामदेव जी की। बाणी भगत नामदेव जी की। एक ओंकार एक ओंकार सतगुर प्रसाद सतगुर प्रसाद। सफल जन्म मोको गुर कीना। सफल जन्म मोको गुर कीना। दुख विसार सुख अंतर लीना। दुख विसार सुख अंतर लीना। ज्ञान अंजन मोको गुर दीना। ज्ञान अंजन मोको गुर दीना। राम नाम बिन जीवन मन हीना। राम नाम बिन जीवन मन हीना। रहा नाम दे सिमरन कर जाना। नाम दे सिमरन कर जाना। जग जीवन स्यों जियो समाना। जग जीवन स्यों जियो समाना। नाम दे सिमरन कर जाना। नाम दे सिमरन कर जाना। जग जीवन स्यों जियो समाना। जग जीवन स्यों जियो समाना। वाहिगुरु जी का खालसा वाहिगुरु जी की फतेह। अज दे पावन शब्द राही भगत नामदेव जी आख रहे हैं ज्ञान अंजन मोको गुर दीना। आखन लगे मैनू सतगुर ने अपने ज्ञान का सुरमा जिहड़ा है वो दे दिता है, बख्शिश कर दिता है।
ਆਓ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੀ ਗੱਲ ਕਰ ਰਹੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੇ ਟੁੱਟ ਕੇ ਮੈਨੂੰ ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਬਖਸ਼ਿਸ਼ ਕਰ ਦਿੱਤਾ। ਅੰਜਨ ਦਾ ਅਰਥ ਹੁੰਦਾ ਹੈ ਸੁਰਮਾ, ਜੋ ਅੱਖਾਂ ਵਿੱਚ ਪਾਇਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਸੁਰਮਾ ਵਰਤਿਆ ਜਾਂਦਾ ਸੀ ਅੱਖਾਂ ਦੀ ਖੂਬਸੂਰਤੀ ਵਾਸਤੇ, ਅੱਖਾਂ ਦੀ ਰੋਸ਼ਨੀ ਦੇ ਬਚਾਓ ਲਈ ਅਤੇ ਤੰਦਰੁਸਤੀ ਵਾਸਤੇ, ਤਾਂ ਕਿ ਅੱਖਾਂ ਤੰਦਰੁਸਤ ਰਹਿਣ, ਅੱਖਾਂ ਦਾ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਕੀਤਾ ਜਾ ਸਕੇ। ਇਸ ਕਰਕੇ ਅੱਖ ਵਿੱਚ ਸੁਰਮਾ ਪਾਇਆ ਜਾਂਦਾ ਸੀ। ਜਿਵੇਂ ਅੱਖ ਦੀ ਸੁਰੱਖਿਆ ਸਵਸਥਤਾ ਵਾਸਤੇ ਅਤੇ ਰੋਗਾਂ ਦੇ ਬਚਾਓ ਲਈ ਸੁਰਮਾ ਪਾਇਆ ਜਾਂਦਾ, ਇਸ ਤਰ੍ਹਾਂ ਹੀ ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਉਹ ਸਾਡੇ ਜੀਵਨ ਦੇ ਵਿੱਚ ਜੋ ਰੋਗ ਨੇ ਕਾਮ, ਕ੍ਰੋਧ ਆਦਿਕ ਦੇ, ਉਹਨਾਂ ਦੇ ਬਚਾਓ ਲਈ ਹੈ ਅਤੇ ਸਾਡੇ ਜੀਵਨ ਦੀ ਚੜ੍ਹਦੀ ਕਲਾ ਲਈ, ਸਾਡੇ ਜੀਵਨ ਦੇ ਅੰਦਰ ਦੀ ਸੋਪਣ ਵਾਸਤੇ ਗੁਰੂ ਕੇ ਗਿਆਨ ਦੇ ਸਿਰਮੇ ਦੀ ਲੋੜ ਹੈ। ਔਰ ਇਹ ਵੀ ਗੱਲ ਖਿਆਲ ਕਰਨ ਵਾਲੀ ਹੈ ਕਿ ਇਹ ਅਹਿਸਾਸ ਕਰਨਾ ਪੈਣਾ ਸਾਨੂੰ ਕਿ ਸਾਡੇ ਜੀਵਨ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਕੀ ਹੈ। ਦੁਨਿਆਵੀ ਤੌਰ ਤੋਂ ਜਾਂ ਸਰੀਰਕ ਤੌਰ ਤੋਂ ਜੇ ਸਾਨੂੰ ਕੋਈ ਬਿਮਾਰੀ ਹੁੰਦੀ ਹੈ, ਅਸੀਂ ਅਹਿਸਾਸ ਕਰਦੇ ਹਾਂ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ। ਡਾਕਟਰ ਜੋ ਹੈ ਸਾਡੀ ਬਿਮਾਰੀ ਨੂੰ ਦੱਸਦਾ ਹੈ, ਟੈਸਟ ਕਰਾਉਂਦਾ ਹੈ ਜਾਂ ਹੋਰ ਕਿਸੇ ਢੰਗ ਦੇ ਨਾਲ, ਔਰ ਫਿਰ ਉਹ ਨਿਰਣਾ ਕਰਦਾ ਹੈ ਵੀ ਕੀ ਬਿਮਾਰੀ ਹੈ, ਕਿਉਂ ਹੋਈ ਹੈ, ਅਤੇ ਉਸ ਢੰਗ ਦੇ ਨਾਲ ਉਹ ਫਿਰ ਆਪਣੀ ਦਵਾਈ ਦਿੰਦਾ ਹੈ, ਟ੍ਰੀਟਮੈਂਟ ਕਰਦਾ, ਇਲਾਜ ਕਰਦਾ ਹੈ। ਔਰ ਜਦੋਂ ਸਾਡਾ ਇਲਾਜ ਕਰਦਾ ਡਾਕਟਰ, ਉਹ ਕੇਵਲ ਦਵਾਈ ਨਹੀਂ ਦਿੰਦਾ, ਦੋ ਚੀਜ਼ਾਂ ਹੋਰ ਕਹਿੰਦਾ, ਇਹ ਚੀਜ਼ਾਂ ਦਾ ਪਰਹੇਜ਼ ਕਰਨਾ ਅਤੇ ਇਹ ਚੀਜ਼ਾਂ ਵਰਤਣੀਆਂ ਹਨ। ਅਤੇ ਇਹ ਵੀ ਸਮਝ ਲੈਣਾ ਜਦੋਂ ਡਾਕਟਰ ਇਹ ਗੱਲ ਕਹਿ ਰਿਹਾ ਕਿ ਇਹ ਚੀਜ਼ ਨਹੀਂ ਖਾਣੀ ਅਤੇ ਇਹ ਚੀਜ਼ ਖਾਣੀ ਹੈ, ਜੋ ਚੀਜ਼ ਨਹੀਂ ਖਾਣੀ ਉਹ ਵੀ ਦਵਾਈ ਦਾ ਹੀ ਹਿੱਸਾ ਹੈ। ਜਿਵੇਂ ਆਪਾਂ ਦਵਾਈ ਲੈ ਕੇ ਆਉਂਦੇ ਹਾਂ, ਮੈਡੀਸਨ ਲੈ ਕੇ ਆਉਂਦੇ ਹਾਂ, ਅਤੇ ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਦਵਾਈ ਦੇ ਨਾਲ ਕੰਮ ਬਣ ਜਾਣਾ, ਵੀ ਦਵਾਈ ਲੈ ਲਈਏ ਹੁਣ ਅਤੇ ਪਰਹੇਜ਼ ਦੀ ਲੋੜ ਨਹੀਂ ਹੈ। ਨਹੀਂ, ਪਰਹੇਜ਼ ਵੀ ਦਵਾਈ ਦਾ ਹਿੱਸਾ ਹੈ, ਪਰਹੇਜ਼ ਵੀ ਇੱਕ ਤਰ੍ਹਾਂ ਦੀ ਦਵਾਈ ਹੈ। ਜੇ ਆਪਾਂ ਉਸ ਪਰਹੇਜ਼ ਨੂੰ ਨਹੀਂ ਕਰਦੇ, ਜਿਹੜੀ ਚੀਜ਼ ਖਾਣ ਵਾਸਤੇ ਆਖਿਆ ਉਹ ਚੀਜ਼ ਨੂੰ ਨਹੀਂ ਵਰਤਦੇ, ਔਰ ਅਸੀਂ ਇਸ ਭਰੋਸੇ ਰਹਿੰਦੇ ਵੀ ਡਾਕਟਰ ਨੇ ਜਿਹੜੀ ਗੋਲੀਆਂ ਦਿੱਤੀਆਂ, ਦਵਾਈ ਦਿੱਤੀ ਹੈ, ਇਸ ਦੇ ਨਾਲ ਠੀਕ ਹੋ ਜਾਵਾਂਗੇ, ਪਰ ਅਸਲ ਵਿੱਚ ਪਰਹੇਜ਼ ਉਸ ਦਵਾਈ ਦੇ ਨਾਲ ਹੀ ਸਮਝ ਲਓ ਇੱਕ ਦਵਾਈ ਹੀ ਹੈ। ਆਓ ਕਿ ਜੇ ਕੋਈ ਸ਼ੂਗਰ ਦੀ ਦਵਾਈ ਖਾ ਰਿਹਾ ਅਤੇ ਪਰਹੇਜ਼ ਕਰ ਨਹੀਂ ਰਿਹਾ, ਅਤੇ ਸ਼ੂਗਰ ਉੱਥੇ ਦੀ ਉੱਥੇ ਹੀ ਖਲੋਤੀ ਹੋਈ ਹੈ, ਔਰ ਤਰਕ ਇਹ ਕਰਦਾ ਵੀ ਮੈਂ ਦਵਾਈ ਖਾ ਰਿਹਾ, ਹੁਣ ਪਰਹੇਜ਼ ਕਰਨ ਦੀ ਕੀ ਲੋੜ ਹੈ, ਕਿਉਂਕਿ ਮੈਂ ਤਾਂ ਦਵਾਈ ਖਾ ਰਿਹਾ, ਮੈਂ ਤਾਂ ਗੋਲੀਆਂ ਖਾ ਰਿਹਾ, ਮੈਨੂੰ ਪਰਹੇਜ਼ ਦੀ ਲੋੜ ਨਹੀਂ ਹੈ। ਪਰ ਨਹੀਂ, ਜਦੋਂ ਤੱਕ ਉਹ ਪਰਹੇਜ਼ ਨਹੀਂ ਕਰੇਗਾ, ਕਿਉਂਕਿ ਪਰਹੇਜ਼ ਵੀ ਦਵਾਈ ਦਾ ਹਿੱਸਾ ਹੈ, ਸਮਝੋ ਕਿ ਇਸ ਤਰ੍ਹਾਂ ਤੇ ਉਸਨੇ ਦਵਾਈ ਦਿੱਤੀ ਹੋਵੇ। ਇਸ ਤਰ੍ਹਾਂ ਕੋਈ ਹੋਰ ਬਿਮਾਰੀ ਹੋਵੇ, ਹਰ ਇੱਕ ਬਿਮਾਰੀ ਦੇ ਵਿੱਚ ਪਰਹੇਜ਼ ਉਤਨਾ ਹੀ ਲਾਭਕਾਰੀ ਹੈ ਜਾਂ ਜਿਤਨੀ ਦਵਾਈ ਖਾਂਦੇ ਹਾਂ। ਦਵਾਈ ਹੀ ਇੱਕ ਤਰ੍ਹਾਂ ਤੋਂ ਪਰਹੇਜ਼ ਹੈ ਸਾਡੇ ਜੀਵਨ ਦਾ। ਇਸ ਤਰ੍ਹਾਂ ਸਾਡੇ ਅੰਦਰਲੇ ਜੀਵਨ ਨੂੰ ਸੁਧਾਰਨ ਵਾਸਤੇ, ਪਵਿੱਤਰ ਕਰਨ ਵਾਸਤੇ, ਸਵਸਥ ਰੱਖਣ ਵਾਸਤੇ, ਸਾਡੇ ਜੀਵਨ ਦੇ ਅੰਦਰ ਦੀ ਸੁਹੱਪਣ ਬਣਾਉਣ ਵਾਸਤੇ ਸਾਨੂੰ ਇਹ ਅੰਦਰ ਟਿਕ ਕੇ ਇਹ ਸਮਝਣਾ ਪੈਣਾ ਵੀ ਸਾਨੂੰ ਬਿਮਾਰੀ ਕੀ ਹੈ, ਸਾਨੂੰ ਪ੍ਰੋਬਲਮ ਕੀ ਹੈ। ਅਤੇ ਜਦੋਂ ਕੋਈ ਜਿਗਿਆਸੂ ਬਣ ਕੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਤਾਂ ਗੁਰੂ ਕਿਰਪਾ ਕਰਕੇ ਫਿਰ ਉਸ ਨੂੰ ਆਪਣਾ ਗਿਆਨ ਰੂਪੀ ਅੰਜਨ ਸੁਰਮਾ ਦਿੰਦਾ ਹੈ, ਗਿਆਨ ਰੂਪੀ ਦਵਾਈ ਦਿੰਦਾ ਹੈ। ਗੁਰੂ ਕਾ ਗਿਆਨ, ਗੁਰੂ ਕਾ ਸ਼ਬਦ ਸਾਡੇ ਜੀਵਨ ਦੇ ਸੁਧਾਰ ਵਾਸਤੇ, ਸਾਡੇ ਅੰਦਰ ਦੇ ਰੋਗ, ਸਾਡੇ ਅੰਦਰ ਦੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਗੁਰੂ ਕਾ ਗਿਆਨ ਸਾਡੇ ਜੀਵਨ ਵਾਸਤੇ ਬੜਾ ਲਾਜ਼ਮੀ ਔਰ ਬੜਾ ਜ਼ਰੂਰੀ ਹੈ। ਔਰ ਜੇ ਇਹ ਗਿਆਨ ਅਸੀਂ ਨਹੀਂ ਹਾਸਲ ਕਰਦੇ, ਇਹ ਗਿਆਨ ਨਹੀਂ ਲੈਂਦੇ, ਤਾਂ ਅੰਦਰ ਦਾ ਜੀਵਨ ਅਰੋਗ ਨਹੀਂ ਹੋ ਸਕਦਾ। ਸਾਡਾ ਮਨ ਰੋਗੀ ਹੀ ਰਹੇਗਾ, ਸਾਡੇ ਇੰਦਰੇ ਰੋਗੀ ਹੀ ਰਹਿਣਗੇ।
ਇਸ ਕਰਕੇ ਗੁਰਬਾਣੀ ਵਿੱਚ ਜੋ ਵੀ ਲਿਖਿਆ ਹੋਇਆ ਹੈ, ਜਿੱਥੇ ਕਿ ਗੁਰੂ ਸਾਹਿਬ ਜੀ ਨੇ ਨਾਮ ਦਾਰੂ ਕਿਹਾ ਹੈ, ਨਾਮ ਨੂੰ ਦਵਾਈ ਕਿਹਾ ਹੈ, ਨਾਲ ਜਿਹੜੇ ਪਰਹੇਜ਼ ਦੱਸੇ ਹਨ ਉਹ ਵੀ ਸਿੱਖ ਨੇ ਕਰਨੇ ਹਨ, ਤਾਂ ਨਾਮ ਰੂਪੀ ਦਵਾਈ ਨੇ ਕਾਰਗਰ ਹੋਣਾ। ਜੇ ਗੁਰੂ ਨੇ ਨਾਮ ਰੂਪੀ ਦਵਾਈ ਦੇ ਦਿੱਤੀ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਗਿਆਨ ਦਾ ਸੁਰਮਾ ਗੁਰੂ ਨੇ ਦੇ ਦਿੱਤਾ ਤਾਂ ਕਿ ਸਾਡੇ ਜੀਵਨ 'ਚ ਅਗਿਆਨਤਾ ਦਾ ਹਨੇਰਾ ਜਿਹੜਾ ਨਾਸ਼ ਹੋ ਜਾਏ। ਜਿਹੜਾ ਗਿਆਨ ਗੁਰੂ ਸਾਹਿਬ ਨੇ ਦਿੱਤਾ, ਜਿਹੜੀ ਵਿਚਾਰਧਾਰਾ ਸਾਨੂੰ ਬਖਸ਼ੀ, ਉਸ ਦੇ ਨਾਲ ਸਾਡੇ ਜੀਵਨ ਦੀ ਜਿਹੜੀ ਅਗਿਆਨਤਾ ਹੈ, ਬੇਸਮਝੀ, ਉਹ ਦੂਰ ਹੋਣੀ ਚਾਹੀਦੀ ਹੈ। ਤੇ ਗੁਰੂ ਸਾਹਿਬ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਹੈ ਉਹ ਗਿਆਨ ਦਾ ਜਿਹੜਾ ਸੁਰਮਾ ਅਸੀਂ ਆਪਣੇ ਅੱਖਾਂ ਵਿੱਚ ਪਾਉਣਾ ਹੈ, ਪਾਓ ਕਿ ਆਪਣੇ ਜੀਵਨ ਦੇ ਵਿੱਚ ਉਸ ਗਿਆਨ ਨੂੰ ਪ੍ਰਗਟ ਕਰਨਾ। ਉਸ ਗਿਆਨ ਦੇ ਰਾਹੀਂ ਇਹ ਗੱਲ ਨਾਲ ਸਮਝਣੀ ਵੀ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਨੂੰ ਰੋਕਿਆ ਉਹ ਗੱਲਾਂ ਮੈਂ ਜੀਵਨ 'ਚੋਂ ਛੱਡਣੀਆਂ ਨੇ। ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ। ਜਿਨ੍ਹਾਂ ਕੰਮਾਂ ਵਿੱਚ ਤੁਹਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ, ਜਿਨ੍ਹਾਂ ਕੰਮਾਂ 'ਚੋਂ ਕੋਈ ਲਾਭ ਨਹੀਂ ਮਿਲਿਆ, ਉਹਨਾਂ ਕੰਮਾਂ ਨੂੰ ਛੱਡ ਦੇ ਜੇ ਅੰਦਰ ਨੂੰ ਠੀਕ ਕਰਨਾ ਚਾਹੁੰਦਾ। ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸਰਬੰਦਾ ਥੀਵੀਂ ਸਾਈਂ ਦੇ ਦਰਬਾਰ। ਨਹੀਂ ਤਾਂ ਸਾਈਂ ਦੇ ਦਰਬਾਰ ਵਿੱਚ ਸਰਬੰਦਗੀ ਉਠਾਉਣੀ ਪਏਗੀ, ਤੂੰ ਰੋਗੀ ਹੋਏਗਾ। ਕਿਉਂਕਿ ਜਦੋਂ ਤੂੰ ਦਾਗੀ ਦੋਸ਼ੀ ਹੋ ਕੇ ਜਾਏਗਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਵੈਸਨ ਨਹੀਂ ਜਾਏ। ਉੱਥੇ ਥਾਂ ਤੈਨੂੰ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਗੁਰੂ ਸਾਹਿਬ ਕੀ ਕਰਦੇ ਨੇ, ਜਦੋਂ ਕਿਸੇ ਜਿਗਿਆਸੂ ਨੂੰ ਆਪਣੇ ਕੋਲੋਂ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਹਨ, ਤਾਂ ਪਹਿਲਾਂ ਉਸਦੀ ਬਿਮਾਰੀ ਵੇਖਦੇ ਹਨ। ਇਸ ਦੀ ਬਿਮਾਰੀ ਕੀ ਹੈ, ਪਰੇਸ਼ਾਨੀ ਕੀ ਹੈ। ਤੇ ਜਦੋਂ ਕੋਈ ਜਿਗਿਆਸੂ ਗੁਰੂ ਕੋਲ ਆਉਂਦਾ ਹੈ, ਫਿਰ ਗੁਰੂ ਸਾਹਿਬ ਉਸ ਦੀ ਬਿਮਾਰੀ ਦਾ ਇਲਾਜ ਦੱਸਦੇ ਹਨ ਕਿ ਇੱਕ ਤਾਂ ਨਾਮ ਦਾ ਅਭਿਆਸੀ ਹੋਣਾ ਹੈ, ਤੇ ਦੂਜੀ ਗੱਲ ਕਿ ਤੂੰ ਆਪਣੇ ਜੀਵਨ ਵਿੱਚ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ। ਨਿੰਦਾ ਚੁਗਲੀ ਨਹੀਂ ਕਰਨੀ, ਮੇਰ ਤੇਰ ਵਿੱਚ ਨਹੀਂ ਪੈਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ। ਇਹ ਸਾਰੇ ਪਰਹੇਜ਼ ਨੇ ਸਾਡੇ ਅੰਦਰਲੇ ਜੀਵਨ ਦੇ ਜਿਹੜਾ ਰੋਗ ਹੈ ਉਸ ਨੂੰ ਦੂਰ ਕਰਨ ਵਾਸਤੇ। ਔਰ ਜੇ ਅਸੀਂ ਕਹੀਏ ਵੀ ਮੈਂ ਤਾਂ ਨਿਤਨੇਮ ਕਰਦਾ, ਕੋਈ ਕਹੇ ਮੈਂ ਨਾਮ ਸਿਮਰਨ ਕਰਦਾ, ਮੈਂ ਸਹਿਜ ਪਾਠ ਕਰਦਾ, ਪਰ ਜਿਹੜਾ ਪਰਹੇਜ਼ ਦੱਸਿਆ ਉਹ ਨਹੀਂ ਛੱਡਦੇ, ਤਾਂ ਸਾਡਾ ਜੀਵਨ ਸਫਲ ਨਹੀਂ ਹੋਏਗਾ। ਇਹ ਬਹੁਤ ਸਾਰਿਆਂ ਦੀ ਤਰਕ ਹੈ ਅੱਜ। ਜੇ ਆਪਾਂ ਜੀਵਨ ਨੂੰ ਸਫਲਾ ਕਰਨਾ ਹੈ, ਜਿਹੜੀਆਂ ਗੱਲਾਂ ਨੂੰ ਗੁਰੂ ਪਿਤਾ ਮਹਾਰਾਜ ਨੇ ਸਾਨੂੰ ਕਿਹਾ ਵੀ ਇਹ ਕੰਮ ਛੱਡਣੇ ਨੇ, ਤੇ ਉਹ ਕੰਮ ਛੱਡਣੇ ਹਨ। ਦਵਾਈ ਤਾਂ ਹੀ ਅਸਰ ਕਰੇਗੀ। ਇੱਕ ਬੰਦੇ ਨੂੰ ਪਿੱਛੇ ਮੈਂ ਮਿਲਿਆ, ਇੱਕ ਦੁਨਿਆਵੀ ਉਦਾਹਰਨ ਦੇਵਾਂ। 2 ਮਹੀਨੇ ਪਹਿਲਾਂ ਥਾਇਰਾਇਡ ਸੀ, ਸ਼ੂਗਰ 400 ਪਲੱਸ ਸੀ, ਸਾਰਾ ਸਰੀਰ ਬੇਢੰਗਾ ਹੋ ਗਿਆ ਸੀ, ਬੜਾ ਪਰੇਸ਼ਾਨ ਸੀ। 1 ਮਹੀਨੇ ਚੰਗੇ ਡਾਕਟਰ ਕੋਲ ਗਿਆ, ਉਸਨੇ ਕਿਹਾ ਵੀ ਦਵਾਈ ਕੰਮ ਨਹੀਂ ਕਰੇਗੀ, ਸ਼ੂਗਰ ਦੇ ਵਿੱਚ ਥਾਇਰਾਇਡ ਹੋਰ ਜਿਹੜੀਆਂ ਬਿਮਾਰੀਆਂ ਨੇ ਤੈਨੂੰ ਪਰਹੇਜ਼ ਕਰਨਾ ਪੈਣਾ। ਉਸਨੇ 1 ਮਹੀਨੇ ਦੇ ਕੁੱਲ ਪਰਹੇਜ਼ ਵਿੱਚ 440 ਸ਼ੂਗਰ ਸੀ ਉਸਦੀ। ਔਰ ਪਿਛਲੇ ਹਫ਼ਤੇ ਮੈਂ ਉਸ ਬੰਦੇ ਨੂੰ ਮਿਲਿਆ, 108 ਸ਼ੂਗਰ ਹੈ। ਉਸ 1 ਮਹੀਨੇ 'ਚ ਕੀਤਾ ਕਿ ਉਸਨੇ ਚਾਹ ਛੱਡ ਦਿੱਤੀ, ਚਾਹ ਨਹੀਂ ਪੀ ਰਿਹਾ ਬਿਲਕੁਲ ਵੀ, ਕੌਫੀ ਛੱਡ ਦਿੱਤੀ, ਪੈਪਸੀ ਲਿਮਕਾ ਛੱਡ ਦਿੱਤਾ, ਬਿਲਕੁਲ ਨਹੀਂ ਦੇਖ ਰਿਹਾ। ਉਸਨੇ ਇਹ ਚੀਜ਼ਾਂ ਛੱਡ ਦਿੱਤੀਆਂ, ਜਿਹੜੇ ਬਿਸਕੁਟ ਖਾਣੇ ਛੱਡ ਦਿੱਤੇ, ਨਮਕੀਨ ਛੱਡ ਦਿੱਤਾ। ਨੋਰਮਲ ਖੁਰਾਕ ਕੀ ਹੈ ਕਿ ਕਈ ਤਰ੍ਹਾਂ ਦਾ ਆਟਾ ਮਿਕਸ ਕਰਕੇ ਮਿਕਸ ਰੋਟੀ ਖਾਂਦਾ ਹੈ, ਔਰ ਉਸ ਦੇ ਨਾਲ ਹੀ ਸ਼ੂਗਰ, BP ਸਾਰੀ ਚੀਜ਼ਾਂ ਕੰਟਰੋਲ ਹੋ ਗਈਆਂ, ਥਾਇਰਾਇਡ ਕੰਟਰੋਲ ਹੋ ਗਿਆ। ਪਰ ਜਿਹੜੀ ਗੱਲ ਡਾਕਟਰ ਨੇ ਆਖੀ ਸੀ ਉਹਨੂੰ ਉਸਨੇ ਮੰਨਿਆ। ਜਿਹੜੀ ਚੀਜ਼ ਖਾਣ ਨੂੰ ਕਿਹਾ ਸੀ ਉਹ ਖਾਧੀ, ਜਿਹੜੀ ਚੀਜ਼ ਦਾ ਪਰਹੇਜ਼ ਦੱਸਿਆ ਸੀ ਉਹ ਪਰਹੇਜ਼ ਕੀਤਾ। ਬਿਨਾਂ ਕਹਿੰਦੇ ਦਵਾਈ ਖਾਦੇ, ਬਿਨਾਂ ਗੋਲੀ ਖਾਦੇ, ਸਿਰਫ ਪਰਹੇਜ਼ ਦੇ ਨਾਲ ਮੇਰਾ ਸਰੀਰ ਠੀਕ ਹੋ ਗਿਆ। ਮੈਂ ਕਈ ਗੋਲੀਆਂ ਖਾ ਰਿਹਾ ਸੀ, ਥਾਇਰਾਇਡ ਦੀ ਵੱਖਰੀ ਸੀ, BP ਦੀ ਵੱਖਰੀ ਸੀ, ਸਾਰੀਆਂ ਅਲੱਗ-ਅਲੱਗ ਖਾ ਰਿਹਾ ਸੀ, ਪਰ ਮੈਂ ਪਰਹੇਜ਼ ਕਰ ਲਿਆ। ਡਾਕਟਰ ਕਹੇ ਇਹ ਪਰਹੇਜ਼ ਕਰਨਾ, ਇਹ ਚੀਜ਼ਾਂ ਬਿਲਕੁਲ ਦੇਖਣੀਆਂ ਨਹੀਂ ਹਨ, ਖਾਣੀਆਂ ਨਹੀਂ ਹਨ, ਨੇੜੇ ਨਹੀਂ ਜਾਣਾ। ਔਰ 1 ਮਹੀਨੇ ਵਿੱਚ 450 ਤੇ ਥੱਲੇ ਕਦੇ ਸ਼ੂਗਰ ਨਹੀਂ ਆਉਂਦੀ ਸੀ। 1 ਮਹੀਨੇ ਦੇ ਪਰਹੇਜ਼ ਵਿੱਚ ਅੱਜ ਕਹਿੰਦੇ 108 ਸ਼ੂਗਰ ਮੈਂ ਕਰਾ ਕੇ ਆਇਆ, ਦੇਖੋ ਟੈਸਟ ਮੇਰਾ। ਮੈਂ ਬੜਾ ਹੈਰਾਨ ਹੋਇਆ। ਮੈਂ ਇੱਕ ਬੇਨਤੀ ਕਰਾਂ, ਜੇ ਆਪਾਂ ਜੀਵਨ ਨੂੰ ਸੋਹਣਾ ਬਣਾਉਣਾ ਹੈ, ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਤਾਂ ਸਾਨੂੰ ਗੁਰਬਾਣੀ ਵਿੱਚ ਜਿਹੜਾ ਲਿਖਿਆ ਹੋਇਆ ਪਰਹੇਜ਼ ਹੈ ਨਾ, ਉਹ ਅਪਣਾਉਣਾ ਪੈਣਾ। ਜਦ ਤੱਕ ਗੁਰੂ ਸਾਹਿਬ ਜੀ ਦੀ ਉਸ ਵਿਚਾਰਧਾਰਾ ਦੇ ਧਾਰਨੀ ਨਹੀਂ ਹੁੰਦੇ, ਔਰ ਤਰਕ ਇਹ ਕਰੀ ਜਾਈਏ ਵੀ ਅਸੀਂ ਤਾਂ ਦਵਾਈ ਖਾਂਦੇ ਹਾਂ, ਅਸੀਂ ਤਾਂ ਨਿਤਨੇਮੀ ਹਾਂ, ਪ੍ਰੇਮੀ ਹਾਂ, ਪਾਠ ਕਰਦੇ ਹਾਂ, ਅਸੀਂ ਤਾਂ ਸਾਰਾ ਕੁਝ ਕਰਦੇ ਹਾਂ,
ਉਹਦੇ ਨਾਲ ਜਿਹੜੀਆਂ ਗੱਲਾਂ ਤੋਂ ਗੁਰੂ ਪਿਤਾ ਮਹਾਰਾਜ ਨੇ ਵਰਜਿਆ ਉਹ ਗੱਲਾਂ ਸਾਨੂੰ ਛੱਡਣੀਆਂ ਪੈਣੀਆਂ। ਜਿਹੜੀ ਗੱਲਾਂ ਨੂੰ ਕਿਹਾ ਵੀ ਇਹ ਗੁਣ ਇਖਤਿਆਰ ਕਰ, ਸਤ, ਸੰਤੋਖ, ਦਇਆ, ਧਰਮ, ਖਿਮਾ, ਇਹ ਸਾਰੇ ਸੁਭ ਗੁਣ ਤੇਰੇ ਜੀਵਨ 'ਚ ਹੋਣੇ ਚਾਹੀਦੇ ਹੈ। ਤੇਰਾ ਮਿੱਠ ਬੋਲੜਾਪਨ ਤੇਰੇ ਜੀਵਨ 'ਚ ਹੋਣਾ ਚਾਹੀਦਾ ਹੈ। ਖਿਮਾ ਦੀ ਬਿਰਤੀ ਤੇਰੇ ਜੀਵਨ 'ਚ ਹੋਣੀ ਚਾਹੀਦੀ ਹੈ। ਨਿਮਰਤਾ ਤੇਰੇ ਜੀਵਨ 'ਚ ਹੋਣੀ ਚਾਹੀਦੀ ਹੈ। ਜਿਹਵਾ ਬਣਿਆ ਮੰਤ ਤੇਰੇ ਜੀਵਨ 'ਚ ਹੋਣਾ ਚਾਹੀਦਾ ਹੈ। ਇਹ ਕਦੋਂ ਹੋਇਆ? ਜਦੋਂ ਗੁਰੂ ਨੇ ਆਪਣਾ ਗਿਆਨ, ਆਪਣੀ ਮਤ ਬਖਸ਼ਿਸ਼ ਕੀਤੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਗਿਆਨ ਅੰਜਨ ਮੋਕੋ ਗੁਰ ਦੀਨਾ, ਮੈਨੂੰ ਸਤਿਗੁਰ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਆਓ ਕਿ ਆਪਣਾ ਗਿਆਨ, ਆਪਣੀ ਵਿਚਾਰਧਾਰਾ, ਆਪਣੀ ਸੋਝੀ ਮੈਨੂੰ ਬਖਸ਼ਿਸ਼ ਕਰ ਦਿੱਤੀ। ਮੈਨੂੰ ਉਹ ਗਿਆਨ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ। ਤੇ ਰਾਮ ਨਾਮ ਬਿਨ ਜੀਵਨ ਮਨ ਹੀਨਾ। ਹੋਰ ਇਹ ਗੱਲ ਦੱਸ ਦਿੱਤੀ ਕਿ ਇਹ ਮਨ, ਪ੍ਰਭੂ ਦੀ ਬੰਦਗੀ ਤੋਂ ਬਿਨਾਂ ਜੀਵਨ ਵਿਅਰਥ ਜਾਪਦਾ ਹੈ। ਹੁਣ ਮੈਨੂੰ ਸਮਝ ਆ ਗਈ ਹੈ ਜਦੋਂ ਤੋਂ ਗਿਆਨ ਆਇਆ ਕਿ ਰੱਬ ਦੀ ਬੰਦਗੀ ਤੋਂ ਬਿਨਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵਨ ਵਿਅਰਥ ਹੈ। ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਜਦੋਂ ਇਹ ਗੱਲ ਸਮਝ ਆ ਗਈ ਕਿ ਗੋਬਿੰਦ ਦੇ ਗੁਣ ਨਹੀਂ ਗਾਏ, ਇਹ ਜੀਵਨ ਅਕਾਰਤ ਜਾ ਰਿਹਾ ਹੈ, ਵਿਅਰਥ ਜਾ ਰਿਹਾ ਹੈ, ਤਾਂ ਉਸ ਵੇਲੇ ਫਿਰ ਅਸੀਂ ਗੋਬਿੰਦ ਦੇ ਗੁਣ ਗਾਵਾਂਗੇ, ਪਰਮਾਤਮਾ ਦੀ ਸਿਫਤ ਕਰਾਂਗੇ, ਮਾਲਕ ਦੀ ਵਡਿਆਈ ਕਰਾਂਗੇ। ਔਰ ਸਾਨੂੰ ਫਿਰ ਕਿਸੇ ਕੋਲੋਂ ਪੁੱਛਣਾ ਨਹੀਂ ਪਏਗਾ ਵੀ ਗੁਣ ਕਿਵੇਂ ਗਾਣੇ ਨੇ। ਜਦੋਂ ਇਹ ਪੰਕਤੀ ਸਾਡੇ ਜ਼ਿਹਨ 'ਚ ਚਲੇਗੀ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਭਜ ਹਰ ਮਨਾ ਜੇ ਵਿਦ ਜਲ ਕੋ ਮੀਨ। ਹੇ ਮਨਾ, ਰੱਬ ਨੂੰ ਇੱਦਾਂ ਭਜ, ਇੱਦਾਂ ਸਿਮਰ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ ਹੈ। ਜਿਵੇਂ ਮੱਛੀ ਦਾ ਆਸਰਾ ਪਾਣੀ ਹੈ, ਇਸ ਤਰ੍ਹਾਂ ਤੇਰੇ ਜੀਵਨ ਦਾ ਆਸਰਾ ਗੁਰੂ ਗਿਆਨ ਹੋਵੇ, ਗੁਰੂ ਸ਼ਬਦ ਹੋਵੇ, ਗੁਰੂ ਵਿਚਾਰਧਾਰਾ ਹੋਵੇ। ਕਿਉਂਕਿ ਜਦੋਂ ਗੁਰੂ ਨੇ ਵਿਚਾਰ ਬਖਸ਼ੀ, ਗੁਰੂ ਨੇ ਜੀਵਨ ਜਾਚ ਬਖਸ਼ੀ, ਸਮਝ ਆ ਗਈ ਗੱਲ ਵੀ ਜੀਵਨ ਤਾਂ ਵਿਅਰਥ ਜਾ ਰਿਹਾ ਹੈ। ਜਦੋਂ ਗੁਰੂ ਨੇ ਇਹ ਗਿਆਨ ਬਖਸ਼ਣਾ ਨਾ ਸਾਨੂੰ ਕਿ हे परमात्मा, हे रब, गोविंद हम ऐसे अपराधी, जिन पर जियो पिंड था दिया, तिन की भाव भगत ना साधी। असी इहो जे अपराधी हाँ कि जिस परमात्मा ने ये जीवन बख्शिश किया, उसकी प्रेमा भगती नहीं की। नाम तो बिना जदों असी ये समझ लईए भी जीवन व्यर्थ हो रहा है, व्यर्थ जा रहा है, और जदों ये गल जीवन च घर कर गई कि बाबरे तै ज्ञान विचार ना पाया, व्यर्था जन्म गवाया, कि हे झल्ले बंदे तू ज्ञान की विचार नहीं की ते अपने मनुखा जीवन नूं व्यर्थ गवा रहे हैं। जदों गुरु ने ये ज्ञान, ये मत, ये गुरमत बख्शिश कर दी, तो भगत नामदेव जी कहते हैं फिर की होया कि गल समझ आ गई कि नाम तो बिना, उसकी बंदगी तो बिना ये मनुखा जीवन व्यर्थ जा रहा है। फिर कहने लगे सफल जन्म मोको गुर की ना, कहते मैनू मेरे गुरु ने सफल जीवन जिहड़ा सी वो बख्शिश कर दिता, मेरा सफल जीवन बना दिता। साडा जीवन सफल गुरु तां ही बनाएगा जदों असी गुरु कोलों ज्ञान लवांगे। सफल जीवन तां ही होएगा जदों असी गुरु की गल नूं मन्नांगे। कोई बच्चा स्कूल जाता है, टीचर कहता है पढ़ाई कर, वो जो उसकी गल के उत्ते गौर नहीं दिंदा, वो कहते तू स्कूल का टॉपर भी हो सकता है जे साडे ढंग दे नाल, इस जुगत दे नाल तू पढ़ाई करें। जे बच्चा मन लवे वो स्कूल का टॉपर भी होंदा है। जदों वो चंगे नंबरां तो पास होंदा है, चंगियां कंपनियां ऑफर करदियां, वो कहंदा भी टीचर का आख्या मन के मैं दुनियावी तौर तो सफल हो गया, मैनूं कामयाबी मिल गई है। वो कहंदा मैं कामयाब हो गया। इस तरह ही अध्यात्मिक तौर तो असी सफल होना है। गुरु ने साडे जीवन नूं सफल कर देना है जदों गुरु साहब की गल नूं आपां जीवन च वसा लवांगे। सफल जन्म मोको गुर की ना, दुख विसार सुख अंतर दे। सफल जन्म की है कि जीवन विचों सारे दुख समाप्त हो गए और आत्मिक सुख दे विच बंदा लीन हो गया। जदों अंदर
ਆਤਮਿਕ ਸੁਖ ਪ੍ਰਾਪਤ ਹੋ ਗਏ। ਜਦੋਂ ਜਿਤਨੇ ਵੀ ਦੁੱਖ ਸਨ ਜੀਵਨ ਚੋਂ ਚਲੇ ਗਏ, ਸਮਝ ਲਓ ਜਗਤ ਦੇ ਸਾਰੇ ਦੁੱਖ ਜੀਵਨ ਚੋਂ ਚਲੇ ਜਾਣੇ, ਆਤਮਿਕ ਸੁਖ ਦੀ ਪ੍ਰਾਪਤੀ ਹੋਣੀ। ਇਹ ਸਫਲ ਜੀਵਨ ਦੀ ਨਿਸ਼ਾਨੀ ਹੈ। ਵੀ ਸਫਲ ਜੀਵਨ ਕਿੱਦਾਂ ਦਾ ਹੁੰਦਾ, ਕਾਮਯਾਬ ਜੀਵਨ ਕਿੱਦਾਂ ਦਾ ਹੁੰਦਾ, ਸਫਲਤਾ ਕਿਹਨੂੰ ਕਹਿੰਦੇ ਨੇ ਗੁਰਬਾਣੀ ਦੇ ਮੁਤਾਬਿਕ? ਮੈਂ ਕਹਿੰਦੇ ਜਦੋਂ ਤੇਰੇ ਜੀਵਨ ਚੋਂ ਜਗਤ ਦੇ ਸਾਰੇ ਜੰਜਾਲ, ਸਾਰੇ ਦੁੱਖ ਸਮਾਪਤ ਹੋ ਗਏ ਤੇ ਆਤਮਿਕ ਸੁਖ ਤੈਨੂੰ ਪ੍ਰਾਪਤ ਹੋ ਗਿਆ, ਅੰਦਰ ਦਾ ਸਕੂਨ ਮਿਲ ਗਿਆ, ਅੰਦਰ ਦੀ ਸ਼ਾਂਤੀ ਮਿਲ ਗਈ, ਅੰਦਰ ਦਾ ਸਹਿਜ ਮਿਲ ਗਿਆ, ਅੰਦਰ ਦਾ ਟਿਕਾਓ ਮਿਲ ਗਿਆ, ਅੰਦਰ ਜੋ ਵੀ ਕੁਛ ਹੈ ਉਸ ਦੇ ਵਿੱਚ ਤ੍ਰਿਪਤ ਹੋ ਗਿਆ। ਨਹੀਂ ਤਾਂ ਸੰਸਾਰ ਦੀ ਹਾਲਤ ਹੈ ਕਿ ਜਿਸ ਕਰੈ ਬਹੁਤ ਤਿਸੈ ਕਰੈ ਚਿੰਤਾ, ਜਿਸ ਕਰੈ ਥੋੜੀ ਸੋ ਫਿਰੈ ਪਰਮੰਤਾ, ਦੋ ਅਵਸਥਾ ਤੇ ਜੋ ਨਰ ਮੁਕਤਾ, ਸੋਈ ਸੁਹੇਲਾ ਭਾਲੀਏ। ਜਿਹੜਾ ਦੋਨਾਂ ਅਵਸਥਾ ਤੋਂ ਮੁਕਤ ਹੋ ਗਿਆ, ਬਹੁਤ ਜ਼ਿਆਦਾ ਵੀ ਨਹੀਂ ਤੇ ਬਹੁਤ ਘੱਟ ਵੀ ਨਹੀਂ, ਜਿਹੜਾ ਦੋਨਾਂ ਦੇ ਵਿੱਚੋਂ ਰਹਿੰਦਾ ਹੈ, ਤ੍ਰਿਪਤ ਹੋ ਗਿਆ। ਭਾਵ ਕਿ ਬਹੁਤੀ ਧਨ ਦੀ ਪਕੜ ਵੀ ਨਹੀਂ ਔਰ ਧਨ ਛੱਡਣਾ ਵੀ ਨਹੀਂ, ਉਸ ਧਨ ਵਿੱਚ ਜੋ ਹੈ ਉਸ ਦੇ ਵਿੱਚ ਗੁਜ਼ਾਰਾ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਗੁਰੂ ਨੇ ਕਿਰਪਾ ਕਰ ਦਿੱਤੀ, ਕਹਿੰਦੇ ਮੇਰੇ ਹੁਣ ਜਗਤ ਦੇ ਸਾਰੇ ਦੁੱਖ ਜਿਹੜੇ ਨੇ ਭੁਲਾ ਕੇ ਮੈਨੂੰ ਆਤਮਿਕ ਜੀਵਨ ਵਿੱਚ ਗੁਰੂ ਨੇ ਲੀਨ ਕਰ ਦਿੱਤਾ। ਇੱਕ ਗੱਲ ਯਾਦ ਰੱਖਣਾ, ਦੁੱਖ ਉੱਥੇ ਦੇ ਉੱਥੇ ਰਹਿੰਦੇ ਹਨ, ਦੁੱਖ ਭੁੱਲੇ ਜਾ ਸਕਦੇ ਨੇ। ਦੁੱਖਾਂ ਨੂੰ ਭੁੱਲਣਾ ਹੈ ਪਰ ਉਦੋਂ ਭੁੱਲਾਂਗੇ ਜਦੋਂ ਸਾਡੇ ਜੀਵਨ 'ਚ ਆਤਮਿਕ ਗਿਆਨ, ਆਤਮਿਕ ਗੁਣ, ਰੱਬੀ ਯਾਦ ਅੰਦਰ ਵਸੇਗੀ। ਉਸ ਯਾਦ ਦੇ ਵਿੱਚ ਉਹ ਦੁੱਖ ਸਾਡੇ ਚਿੱਤ ਚੇਤੇ 'ਚ ਨਹੀਂ ਰਹਿਣਗੇ। ਸਾਰੀਆਂ ਚੀਜ਼ਾਂ ਉੱਥੇ ਖਲੋਤੀਆਂ ਹਨ, ਪਰ ਜਦੋਂ ਸਾਡੇ ਜੀਵਨ ਦੇ ਵਿੱਚ ਰੱਬੀ ਗੁਣ ਆ ਗਏ ਤਾਂ ਫਿਰ ਇਹ ਜਿਹੜੇ ਦੁਨਿਆਵੀ ਗੁਣ ਨੇ, ਦੁਨਿਆਵੀ ਜਿਹੜੇ ਦੁੱਖ ਨੇ, ਇਹ ਸਾਰੇ ਦੂਰ ਹੋ ਜਾਂਦੇ ਹਨ। ਫਿਰ ਕਹਿਣ ਲੱਗੇ, ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸੋ ਜੀਉ ਸਮਾਨਾ। ਕਹਿੰਦੇ ਮੈਂ ਨਾਮ ਦੇ ਨੇ ਪ੍ਰਭੂ ਦਾ ਭਜਨ ਕਰਕੇ ਪ੍ਰਭੂ ਨਾਲ ਸਾਂਝ ਪਾ ਲਈ। ਇੱਥੇ ਨਾਮ ਦੇ, ਗੁਰਬਾਣੀ ਵਿੱਚ ਨਾਮ ਦੇ ਕੱਲਾ ਦੱਦੇ ਨੂੰ ਕੰਨਾ ਲਾਂ ਵੀ ਆਈ ਹੈ, ਇੱਥੇ ਜੋ ਈੜੀ ਨੂੰ ਸਿਆਰੀ ਆਈ ਹੈ, ਕਿਤੇ ਨਾਮਦੇਵ ਅੱਖਰ ਆਇਆ, ਕਿਤੇ ਨਾਮਦੇਵ ਅੱਖਰ ਆਇਆ। ਕਈ ਨਾਮਾਂ ਦੇ ਕਈ ਢੰਗ ਦੇ ਨਾਲ ਭਗਤ ਨਾਮਦੇਵ ਜੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਕਿਤੇ ਕੱਲਾ ਨਾਮ ਦੇ, ਇੱਥੇ ਨਾਮ ਦੇ ਈੜੀ ਨੂੰ ਸਿਆਰੀ ਲੱਗੀ ਹੋਈ ਹੈ, ਦੱਦੇ ਨੂੰ ਕਿਤੇ ਕੱਲੀ ਲਾਂ ਲੱਗੀ ਹੋਈ ਹੈ, ਕਿਤੇ ਦੱਦੇ ਨੂੰ ਲਾਂ ਤੇ ਵਾਵਾ ਦੇਵ ਲਿਖਿਆ ਹੋਇਆ ਹੈ, ਇੱਥੇ ਦੱਦੇ ਨੂੰ ਲਾ ਊੜੇ ਨੂੰ ਔਂਕੜ ਲੱਗਿਆ ਹੋਇਆ ਹੈ। ਇਹਨਾਂ ਰੂਪਾਂ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਿਹੜਾ ਨਾਮ ਹੈ 61 ਸ਼ਬਦਾਂ ਵਿੱਚ ਆਇਆ। ਇੱਥੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਨਾਮਦੇਵ ਨੂੰ ਪ੍ਰਭੂ ਨੇ ਭਜਨ ਦੇ ਨਾਲ ਜੋੜ ਦਿੱਤਾ ਨਾ, ਤਾਂ ਮੇਰੀ ਉਸ ਦੇ ਭਜਨ ਕਰਕੇ, ਪ੍ਰਭੂ ਦੇ ਭਜਨ ਕਰਕੇ, ਉਹਦੀ ਸਿਫਤ ਸਲਾਹ ਕਰਕੇ ਮੇਰਾ ਮਨ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਗਿਆ ਹੈ। ਜਗ ਜੀਵਨ ਸੋ ਜੀਉ ਸਮਾਨਾ, ਤੇ ਜਗਤ ਦੇ ਆਸਰੇ ਪ੍ਰਭੂ ਵਿੱਚ ਮੇਰੀ ਜਿੰਦ ਜਿਹੜੀ ਹੈ ਨਾ ਉਹ ਲੀਨ ਹੋ ਗਈ ਹੈ, ਅਭੇਦ ਹੋ ਗਈ ਹੈ, ਰੱਬ ਦੇ ਵਿੱਚ ਮੈਂ ਇੱਕਮਿਕ ਹੋ ਗਿਆ ਹਾਂ। ਪਾਓ ਭਗਤ ਜੀ ਇਹ ਕਹਿਣਾ ਚਾਹੁੰਦੇ ਨੇ ਕਿ ਸਿਮਰਨ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ, ਪਰਮਾਤਮਾ ਦੀ ਬੰਦਗੀ ਨਾਲ, ਗੁਰੂ ਦੇ ਦਿੱਤੇ ਹੋਏ ਨਾਮ ਨਾਲ, ਗੁਰੂ ਦੇ ਦਿੱਤੇ ਹੋਏ ਗਿਆਨ ਨਾਲ। ਤੇ ਇਹ ਜਿਹੜੀ ਦਾਤ ਹੈ ਗੁਰੂ ਤੋਂ ਬਿਨਾਂ ਹੋਰ ਕਿਸੇ ਪਾਸੋਂ ਨਹੀਂ ਮਿਲ ਸਕਦੀ। ਸਫਲ ਜੀਵਨ ਦੀ ਦਾਤ ਗੁਰੂ ਕੋਲੋਂ ਮਿਲੇਗੀ। ਜਿੱਥੇ ਕਿ ਭਗਤ ਨਾਮਦੇਵ ਜੀ ਦਾ ਸ਼ਬਦ ਅਸੀਂ ਵਿਚਾਰਿਆ, ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ 3 ਦਿਹਾੜੇ ਮਨਾਉਂਦੇ ਹਾਂ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਪਿੱਛੇ ਮਨਾ ਕੇ ਹਟੇ ਹਾਂ। ਪਹਿਲਾ ਪ੍ਰਕਾਸ਼ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ। ਸੰਪੂਰਨਤਾ ਦਿਵਸ ਅਸੀਂ ਦਮਦਮਾ ਸਾਹਿਬ ਵਾਲਾ ਮਨਾਉਂਦੇ ਹਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਤੇ ਅੱਜ ਉਹ ਦਿਹਾੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਪੂਰਨ ਕੀਤਾ ਅਤੇ ਭਾਈ ਮਨੀ ਸਿੰਘ ਲਿਖਾਰੀ ਦੇ ਰੂਪ ਦੇ ਵਿੱਚ ਲਿਖਿਆ। ਬਾਬਾ ਦੀਪ ਸਿੰਘ ਜੀ ਨੇ ਸਿਆਹੀ ਅਤੇ ਕਲਮਾਂ ਕੱਢ ਕੇ ਦਿੱਤੀਆਂ ਅਤੇ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ, ਜਿੱਥੇ ਅੱਜ ਸਾਡਾ ਇੱਕ ਤਖਤ ਹੈ, ਉਸ ਸਥਾਨ 'ਤੇ ਗੁਰੂ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ। ਉਸ ਤੋਂ ਪਹਿਲਾਂ 5 ਗੁਰੂ ਸਾਹਿਬਾਨਾਂ ਦੀ ਬਾਣੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਨਹੀਂ ਸੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਹੈ ਉਸ ਵੇਲੇ ਦਰਜ ਕੀਤੀ ਹੈ। ਨਾਲ ਇਹ ਵੀ ਦਾਸ ਬੇਨਤੀ ਕਰੇ
ਕਿਉਂਕਿ ਇੱਕ ਸਵਾਲ ਸਾਡੇ ਅੰਦਰ ਉਪਜ ਸਕਦਾ ਹੈ ਕਿ ਜਦੋਂ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਵਿੱਚ ਕੀਤਾ ਤਾਂ ਉਸ ਵੇਲੇ 974 ਅੰਕ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ। ਸਿਰਫ 57 ਸ਼ਲੋਕ ਤੇ 59 ਸ਼ਬਦ ਦਰਜ ਹੋਏ ਨੇ, ਤਾਂ ਗੁਰੂ ਗ੍ਰੰਥ ਸਾਹਿਬ ਜੀ 1430 ਅੰਕਾਂ ਵਿੱਚ ਕਿਵੇਂ ਹੋ ਗਏ? ਇੱਕ ਵਿਚਾਰ ਉਪਜ ਸਕਦੀ ਹੈ ਵੀ ਜਦੋਂ ਪਹਿਲਾ ਸਰੂਪ ਜਿਹੜਾ ਸੀ 974 ਅੰਕਾਂ ਵਿੱਚ ਲਿਖਿਆ ਹੋਇਆ ਸੀ, ਕੇਵਲ 57 ਸ਼ਲੋਕ ਤੇ 59 ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਅਦ ਦੇ ਵਿੱਚ ਦਰਜ ਹੋਏ ਨੇ। ਇੱਕ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਜ ਹੋਇਆ ਉਹਨਾਂ 59 ਸ਼ਲੋਕਾਂ ਸ਼ਬਦਾਂ ਦੇ ਵਿੱਚ ਹੀ, ਅਤੇ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਆਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਕੀਤਾ ਸੀ, ਉਸ ਵੇਲੇ ਜਿਹੜੇ ਗੁਰੂ ਗ੍ਰੰਥ ਆਦਿ ਬੀੜ ਸੀ ਉਸਦਾ ਆਕਾਰ ਵੱਡਾ ਸੀ, ਲੰਬਾਈ ਜ਼ਿਆਦਾ ਸੀ, ਚੌੜਾਈ ਜ਼ਿਆਦਾ ਸੀ, ਇਸ ਕਰਕੇ ਉਹ ਥੋੜ੍ਹੇ ਅੰਕਾਂ ਦੇ ਵਿੱਚ ਬਾਣੀ ਦਰਜ ਹੋ ਗਈ 974 ਅੰਕਾਂ ਵਿੱਚ। ਜਦੋਂ 10ਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਪਾਸੋਂ ਫਿਰ ਲਿਖਾਈ ਕਰਾਈ, ਉਹਦੀ ਚੌੜਾਈ ਘਟਾ ਦਿੱਤੀ, ਪੱਤਰਾਂ ਦੀ ਜਿਹੜੀ ਲੰਬਾਈ ਸੀ ਉਹ ਘਟਾ ਦਿੱਤੀ, ਇਸ ਕਰਕੇ ਉਹ ਅੰਕ ਜਿਹੜੇ ਨੇ 1430 ਤੱਕ ਚਲੇ ਜਾਂਦੇ। ਇਹ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਵੀ ਇਤਨੀ ਬਾਣੀ ਤਾਂ ਉਹੀ ਰਹੀ ਸਾਰੀ, ਪਰ ਇਤਨਾ ਆਕਾਰ ਕਿਵੇਂ ਛੋਟਾ ਵੱਡਾ ਹੋ ਗਿਆ। ਇਸ ਕਰਕੇ ਉਹ ਬੀੜ ਜਿਹੜੀ ਹੈ ਫਿਰ 1430 ਅੰਕਾਂ ਦੀ ਤਿਆਰ ਹੋਈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ, ਉਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਆਪ ਸੰਗਤਾਂ ਨੂੰ। ਔਰ ਤੀਜਾ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਸੀ ਗੁਰਗੱਦੀ ਦਾ। ਅਸੀਂ 3 ਦਿਹਾੜੇ ਮਨਾਉਂਦੇ ਗੁਰੂ ਗ੍ਰੰਥ ਸਾਹਿਬ ਦੇ, ਪਹਿਲਾ ਪ੍ਰਕਾਸ਼ ਪੁਰਬ, ਸੰਪੂਰਨਤਾ ਦਿਵਸ ਅਤੇ ਗੁਰਗੱਦੀ ਦਿਵਸ। ਗੁਰੂ ਗ੍ਰੰਥ ਸਾਹਿਬ ਜੀ ਦਾ ਕਦੀ ਜੋਤੀ ਜੋਤ ਸਮਾਉਣਾ ਨਹੀਂ ਆਉਣਾ, ਅਤੇ ਗੁਰੂ ਨਾਨਕ ਪਾਤਸ਼ਾਹ ਦਾ ਕਦੀ ਗੁਰਗੱਦੀ ਦਿਵਸ ਨਹੀਂ ਆਉਣਾ। ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰਬ ਅਤੇ ਜੋਤੀ ਜੋਤ ਪੁਰਬ ਮਨਾਉਂਦੇ ਹਾਂ, ਪਰ ਕਦੀ ਗੁਰਗੱਦੀ ਪੁਰਬ ਨਹੀਂ ਮਨਾਉਂਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਧੁਰ ਤੋਂ ਗੱਦੀ ਮਿਲੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ ਮਨਾਉਂਦੇ ਹਾਂ, ਗੁਰਗੱਦੀ ਦਿਵਸ ਮਨਾਉਂਦੇ ਹਾਂ, ਕਦੀ ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤ ਪੁਰਬ ਨਹੀਂ ਆਉਣਾ। ਗੁਰੂ ਗ੍ਰੰਥ ਸਾਹਿਬ ਦੇ 3 ਪੁਰਬ ਅਸੀਂ ਮਨਾਉਂਦੇ ਹਾਂ। ਜਿੱਥੇ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਬਾਰੇ ਮੈਂ ਸਿਰਫ ਸੋਟ ਵਿੱਚ ਹੀ ਵਿਚਾਰਾਂ ਰੱਖੀਆਂ ਹਨ ਕਿ ਸਾਨੂੰ ਜਾਣਕਾਰੀ ਪ੍ਰਾਪਤ ਹੋ ਸਕੇ। ਅੱਜ ਗੁਰੂ ਰਾਮਦਾਸ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਵੀ ਪੁਰਬ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਕਿਉਂਕਿ ਆਪਾਂ ਕੱਲ੍ਹ ਗੁਰਗੱਦੀ ਪੁਰਬ ਮਨਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਅੱਜ ਗੁਰੂ ਰਾਮਦਾਸ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਗੱਦੀ ਦੇ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜੋਤੀ ਜੋਤ ਸਮਾ ਜਾਂਦੇ ਹਨ, ਅਤੇ ਆਪ ਜੀ ਨੇ ਜੋ ਸਾਨੂੰ ਦਾਤਾਂ ਦਿੱਤੀਆਂ 30 ਰਾਗ 11 ਰਾਗ ਨਵੇਂ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੇ। 30 ਰਾਗਾਂ ਵਿੱਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਲਾਵਾਂ ਵਰਗੀ ਬਾਣੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਈ। 8-12 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਦਰਜ ਹਨ। ਸੋ ਉਹਨਾਂ ਨੇ ਅੰਮ੍ਰਿਤਸਰ ਸਾਹਿਬ, ਜਿਸ ਦੇ ਵਿੱਚ 52 ਕਿੱਤੇ ਦੇ ਲੋਕ ਵਸਾ ਕੇ ਕਿਰਤ ਨੂੰ ਪ੍ਰਮੋਟ ਕੀਤਾ ਅਤੇ ਲੋਕਾਂ ਨੂੰ ਕਿਰਤ ਨਾਲ ਜੋੜਿਆ ਵੀ ਕਿਰਤ ਕਿੰਨੀ ਕੁ ਜ਼ਰੂਰੀ ਹੈ ਸਿੱਖ ਵਾਸਤੇ। ਇਹ ਗੁਰੂ ਸਾਹਿਬ ਜੀ ਨੇ ਸਮਾਂ ਸਿਰ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੇ ਕਾਰਜ ਕੀਤੇ ਸਨ, ਅੱਜ ਉਹਨਾਂ ਦੇ ਜੋਤੀ ਜੋਤ ਪੁਰਬ ਤੋਂ ਸਾਨੂੰ ਪ੍ਰੇਰਨਾ ਲੈਂਦੇ ਹੋਏ ਅਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਚਾਹੀਦੀ ਵੀ ਸੱਚੇ ਪਾਤਸ਼ਾਹ, ਜਿੱਥੇ ਅਸੀਂ ਤੁਹਾਨੂੰ ਨਤਮਸਤਕ ਹੁੰਦੇ ਹਾਂ, ਨਮਸਕਾਰ ਕਰਦੇ ਹਾਂ, ਉੱਥੇ ਜੋ ਤੁਸੀਂ ਪੂਰਨੇ ਸਾਡੇ ਵਾਸਤੇ ਪਾਏ, ਉਹਨਾਂ ਪੂਰਨਿਆਂ ਤੋਂ ਅਸੀਂ ਚੱਲ ਸਕੀਏ। ਕਿਵੇਂ ਗੁਰੂ ਸਾਹਿਬ ਜੀ ਡਾਊਨ ਟੂ ਅਰਥ ਰਹਿ ਕੇ, ਨਿਮਰਤਾ ਵਿੱਚ ਰਹਿ ਕੇ, ਨਿਮਰਤਾ ਦੇ ਪੁੰਜ ਸਨ, ਵੀ ਬੜੀ ਨਿਮਰਤਾ ਭਾਵ ਦੇ ਵਿੱਚ ਰਹਿੰਦੇ ਹੋਏ, ਔਰ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਜੀਵਨ ਜੀਉਣ ਦੀ ਜੁਗਤ, ਤੌਰ ਤਰੀਕਾ, ਢੰਗ ਸਮਝਾਇਆ। ਇਹ ਉਹਨਾਂ ਦੇ ਜੀਵਨ ਵਿੱਚੋਂ ਸਿੱਖਣ ਦੀਆਂ ਗੱਲਾਂ ਹਨ ਕਿ ਜਦੋਂ ਉਹਨਾਂ ਨੇ ਇੱਕ ਸਮਾਂ ਸੀ ਕਿ ਮਾਤਾ ਪਿਤਾ ਖੋ ਦਿੱਤੇ, ਭਾਵ ਕਿ ਰੱਬ ਦੀ ਖੇਡ ਵਰਤੀ ਕਿ ਮਾਂ ਦਾ ਸਾਇਆ, ਪਿਤਾ ਦਾ ਸਾਇਆ 7 ਸਾਲ ਦੀ ਉਮਰ ਤੱਕ ਚਲਾ ਜਾਂਦਾ ਹੈ, 12 ਸਾਲ ਦੀ ਉਮਰ ਹੁੰਦੀ ਹੈ, ਨਾਨੀ ਆਸਰਾ ਬਣਦੀ ਹੈ, ਉਹ ਸਾਰਾ ਵੀ ਚਲਾ ਜਾਂਦਾ ਹੈ। ਉਹਨਾਂ ਦੇ ਜੀਵਨ 'ਚੋਂ ਸਿੱਖਣ ਵਾਲੀ ਗੱਲ ਇੱਕੋ ਹੀ ਹੈ ਸਭ ਤੋਂ ਵੱਡੀ, ਕਿ ਕਿਤਨਾ ਵੀ ਮੁਸੀਬਤ, ਕਿਤਨੇ ਵੀ ਦੁੱਖ ਆ ਜਾਣ, ਦੁੱਖਾਂ ਦੇ ਝੱਗੜ ਕੇ ਉਹਨਾਂ ਝੁੱਲ ਜਾਣ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਅਡੋਲ ਰਹਿੰਦੇ ਹੋਏ ਉਸ ਰੱਬ ਦੀ ਬੰਦਗੀ ਕਰੀਏ ਤਾਂ ਰੱਬ ਆਪਣੇ ਆਪ ਰਸਤੇ ਵਿਖਾਲ ਦਿੰਦਾ ਹੈ, ਅਤੇ ਜੀਵਨ ਦੇ ਵਿੱਚ ਉਹ ਰੱਬ ਅਰਸਾਂ ਤੋਂ ਲੈ ਕੇ, ਫਰਸ਼ ਤੋਂ ਲੈ ਕੇ ਅਰਸਾਂ ਤੱਕ ਪਹੁੰਚਾ ਦਿੰਦਾ ਹੈ। ਇਹ ਉਸ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ ਹਨ। ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਰਿਹਾ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਆਓ ਅਨੰਦ ਸਾਹਿਬ ਦਾ ਪਾਠ ਸਰਬਤ ਦੇ ਭਲੇ ਲਈ ਅਰਦਾਸ ਕਰੀਏ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ